ਆਪਾਂ ਵਿਚਾਰ ਕਰ ਰਹੇ ਸੀ ਨਿਤ ਨਿਤ ਉਰ ਧਾਰੋ। ਨਿਤ ਨਿਤ ਦੀ ਆਪਾਂ ਵਿਚਾਰ ਕੱਲ ਕੀਤੀ ਸੀ ਰੱਖ ਉਰ ਧਾਰੋ ਦਾ ਅੱਜ ਆਪਾਂ ਵਿਚਾਰ ਕਰਨੀ ਹੈ। ਉਰ ਦਾ ਮਤਲਬ ਦਖਲ ਦਾ। ਦੁਨੀਆ ਦਾ ਇਹ ਦਸਤੂਰ ਹੈ ਵੀ ਮਨੁੱਖ ਦੇ ਕੋਲ ਜਿਤਨੀ ਕੀਮਤੀ ਵਸਤੂ ਹੋਵੇਗੀ ਉਹਦਾ ਰੱਖਣ ਦਾ ਟਿਕਾਣਾ ਜਿਹੜਾ ਹੈ ਉਤਨਾ ਹੀ ਜ਼ਿਆਦਾ ਸੁਰੱਖਿਅਤ ਹੋਵੇਗਾ। ਮਨੁੱਖ ਜਿਹੋ ਜਿਹੀ ਇਹਦੇ ਕੋਲ ਚੀਜ਼ ਹੋਵੇਗੀ ਉਹੋ ਜਿਹਾ ਟਿਕਾਣਾ ਜਿਹੜਾ ਹੈ ਮਨੁੱਖ ਲੱਭਦਾ ਹੈ। ਆਮ ਤੌਰ ਤੇ ਮਨੁੱਖ ਘਰ ਕਿਉਂ ਬਣਾਉਂਦਾ ਹੈ? ਇਸੇ ਕਰਕੇ ਬਣਾਉਂਦਾ ਵੀ ਉਸ ਘਰ ਦੇ ਵਿੱਚ ਉਹ ਆਪਣੀਆਂ ਵਸਤੂਆਂ ਨੂੰ ਸਾਂਭ ਕੇ ਰੱਖ ਸਕੇ। ਆਮ ਤੁਸੀਂ ਦੇਖਦੇ ਹੋ ਝੁੱਗੀ ਝੋਂਪੜੀ ਵਾਲੇ ਲੋਕ, ਉਹਨਾਂ ਦੇ ਕੋਲੋਂ ਬਹੁਤੀਆਂ ਕੀਮਤੀ ਵਸਤੂਆਂ ਨਹੀਂ ਹੁੰਦੀਆਂ ਕਿਉਂਕਿ ਉਹਨਾਂ ਵਿਚਾਰਿਆਂ ਦੇ ਕੋਲੋਂ ਪੱਕੇ ਘਰ ਵੀ ਨਹੀਂ ਹੁੰਦੇ। ਮਾੜੀਆਂ ਮੋਟੀਆਂ ਉਹਨਾਂ ਦੇ ਕੋਲੋਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਵਸਤੂਆਂ ਹੁੰਦੀਆਂ ਨੇ। ਹੁਣ ਜੀਵ ਜਿਤਨੀ ਮਹਿੰਗੀ ਵਸਤੂ ਹੋਵੇਗੀ ਉਤਨੀ ਹੀ ਉਹਦੀ ਥਾਂ ਰੱਖਣ ਵਾਲੀ ਜ਼ਿਆਦਾ ਸੁਰੱਖਿਅਤ ਹੋਵੇਗੀ। ਮਨੁੱਖ ਘਰ ਦੇ ਵਿੱਚ ਸਮਾਨ ਰੱਖਦਾ ਹੈ, ਅਨੇਕਾਂ ਹੋਰ ਵਸਤੂਆਂ ਰੱਖਦਾ ਹੈ, ਪਰ ਉਹਨਾਂ ਘਰ ਰੱਖੀਆਂ ਹੋਈਆਂ ਵਸਤੂਆਂ ਤੋਂ ਵੀ ਕਈ ਵਾਰ ਜਿਹੜੀਆਂ ਕੀਮਤੀ ਵਸਤੂਆਂ ਹੁੰਦੀਆਂ ਨੇ ਉਹ ਮਨੁੱਖ ਬੈਂਕਾਂ ਦੇ ਵਿੱਚ ਰੱਖਦਾ ਹੈ। ਜਿਵੇਂ ਧਨ ਦੌਲਤ ਹੈ, ਮਨੁੱਖ ਘਰ ਦੇ ਵਿੱਚ ਲੋੜੀਂਦਾ ਰੱਖਦਾ, ਬਾਕੀ ਬੈਂਕ ਦੇ ਵਿੱਚ ਜਮ੍ਹਾਂ ਕਰਵਾ ਦਿੰਦਾ। ਮਨੁੱਖ ਦੇ ਕੋਲ ਗਹਿਣੇ ਗੱਟੇ ਸੋਨੇ ਦੇ ਹੁੰਦੇ ਨੇ, ਉਹਨੂੰ ਘਰ ਰੱਖਣ ਦੀ ਬਜਾਏ ਕਿਉਂਕਿ ਬੜੀ ਕੀਮਤੀ ਨੇ, ਉਹਦਾ ਖੁੱਸਣ ਦਾ ਡਰ ਹੈ, ਕੋਈ ਚੋਰ ਚਰੱਕਾ ਕੋਈ ਲੁਟੇਰਾ ਘਰ ਦੇ ਵਿੱਚ ਡਾਕਾ ਮਾਰ ਕੇ ਉਹਨੂੰ ਲੈ ਨਾ ਜਾਵੇ। ਫਿਰ ਮਨੁੱਖ ਨੇ ਆਜ਼ਾਦ ਕੀਤਾ ਬੈਂਕਾਂ ਦੇ ਵਿੱਚ ਲੌਕਰ ਸਿਸਟਮ, ਉੱਥੇ ਆਪਣੇ ਉਹ ਗਹਿਣੇ ਗੱਟੇ ਰੱਖ ਲੈਂਦਾ ਹੈ। ਕਹਿਣ ਤੋਂ ਭਾਵ ਜਿਤਨਾ ਕੀਮਤੀ ਵਸਤੂ ਹੋਵੇਗੀ ਉਨੀ ਵੱਧ ਸੁਰੱਖਿਅਤ ਜਿਹੜੀ ਹੈ ਉਹਨੂੰ ਦਿੰਦਾ ਹੈ। ਤੁਸੀਂ ਆਮ ਵੇਖਿਆ ਹੋਣਾ ਹੈ ਵੀ ਲੋਹੇ ਦੀਆਂ ਦੁਕਾਨਾਂ ਦੇ ਉੱਤੇ ਲੋਹਾ ਜਿਹੜਾ ਹੈ ਉਹ ਆਮ ਖੁੱਲਾ ਪਿਆ ਰਹਿੰਦਾ ਹੈ, ਉਹਨੂੰ ਕੋਈ ਕੈਮਰੇ ਨਹੀਂ ਲੱਗੇ ਹੁੰਦੇ ਵੀ ਇੱਥੋਂ ਕੋਈ ਲੋਹਾ ਸਾਡਾ ਚੋਰੀ ਕਰਕੇ ਲੈ ਜਾਏਗਾ, ਬਹੁਤ ਘੱਟ ਚਾਂਸ ਨੇ। ਪਰ ਦੂਜੇ ਪਾਸੇ ਤੁਸੀਂ ਸੁਨਿਆਰੇ ਦੀ ਦੁਕਾਨ ਦੇ ਉੱਤੇ ਜਾਓ, ਉਹਦੇ ਕੋਲ ਥਾਂ ਵੀ ਸੀਮਤ ਹੈ, ਉਹਨੇ ਕੈਮਰੇ ਵੀ ਲਾਏ ਹੋਏ ਨੇ ਤੇ ਉਹਨੇ ਆਪਣੇ ਉਸ ਸੋਨੇ ਨੂੰ ਲੋਕਰਾਂ ਦੇ ਵਿੱਚ ਰੱਖਿਆ ਹੋਇਆ, ਜਿੰਦੇ ਦੇ ਵਿੱਚ ਰੱਖਿਆ ਹੋਇਆ ਹੈ। ਉਹਦਾ ਕਾਰਨ ਕੀ ਹੈ ਕਿ ਸੋਨਾ ਬਹੁਤ ਮਹਿੰਗਾ ਹੈ, ਲੋਹੇ ਦੀ ਕੀਮਤ ਦੇ ਨਾਲੋਂ ਸੋਨਾ ਬਹੁਤ ਜ਼ਿਆਦਾ ਮਹਿੰਗਾ ਹੈ। ਤੁਸੀਂ ਆਮ ਦੁਕਾਨਦਾਰਾਂ ਨੂੰ ਵੇਖਿਆ ਹੋਵੇਗਾ, ਜਿਤਨੇ ਵੀ ਦੁਕਾਨਦਾਰ ਨੇ ਉਹ ਜਦੋਂ ਸਵੇਰ ਨੂੰ ਆਪਣੀ ਦੁਕਾਨ ਦੀ ਸਫਾਈ ਕਰਦੇ ਨੇ ਉਹ ਝਾੜੂ ਲਾ ਕੇ ਬਾਹਰ ਨੂੰ ਕੂੜਾ ਸੁੱਟ ਦਿੰਦੇ ਨੇ। ਪਰ ਇੱਕੋ ਇੱਕ ਦੁਕਾਨ ਹੈ ਸੁਨਿਆਰੀ ਦੀ ਦੁਕਾਨ। ਸੁਨਿਆਰਾ ਕਦੇ ਵੀ ਆਪਣੀ ਦੁਕਾਨ ਦੇ ਵਿੱਚੋਂ ਝਾੜੂ ਬਾਹਰ ਨੂੰ ਨਹੀਂ ਮਾਰੇਗਾ, ਸਗੋਂ ਉਹ ਅੰਦਰ ਨੂੰ ਝਾੜੂ ਮਾਰੇਗਾ। ਉਹ ਜੋ ਵੀ ਕੂੜਾ ਹੋਵੇਗਾ ਉਹਨੂੰ ਫਰੋਲੇਗਾ, ਕਿਉਂਕਿ ਉਹਨੂੰ ਪਤਾ ਵੀ ਜੇਕਰ ਕੰਮ ਕਰਦੇ ਹਾਂ ਸੋਨੇ ਦਾ ਮਾੜਾ ਜਿਹਾ ਵੀ ਕਿਣਕਾ, ਮਾੜੀ ਜਿਹੀ ਵੀ ਡਲੀ ਥੱਲੇ ਡਿੱਗੀ ਹੋਈ ਤੇ ਉਹ ਮੈਂ ਬਾਹਰ ਸੁੱਟ ਦਿੱਤੀ ਤੇ ਉਹ ਬੜਾ ਮੈਨੂੰ ਨੁਕਸਾਨ ਹੋਵੇਗਾ। ਉਹ ਸਾਰੇ ਕੂੜੇ ਨੂੰ ਚੰਗੀ ਤਰ੍ਹਾਂ ਫਰੋਲ ਕੇ ਜੇ ਉਹਦੇ ਵਿੱਚ ਕੋਈ ਸੋਨੇ ਦਾ ਕਿਣਕਾ ਵੀ ਹੈ ਤੇ ਉਹ ਚੁੱਕ ਕੇ ਰੱਖ ਲੈਂਦਾ ਹੈ, ਅੰਦਰ ਨੂੰ ਝਾੜੂ ਮਾਰਦਾ। ਬਾਕੀ ਦੁਕਾਨ ਸਾਰੇ ਬਾਹਰ ਨੂੰ ਝਾੜੂ ਮਾਰਦੇ ਨੇ, ਸੁਨਿਆਰਾ ਅੰਦਰ ਨੂੰ ਝਾੜੂ ਮਾਰਦਾ ਹੈ, ਕਿਉਂਕਿ ਸੋਨੇ ਦੀ ਕਦਰ ਕੀਮਤ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਦੁਨੀਆ ਦੇ ਅੰਦਰ ਮਨੁੱਖ ਨੇ ਇਹਨਾਂ ਵਸਤੂਆਂ ਨੂੰ ਟਿਕਾਉਣ ਵਾਸਤੇ ਸਥਾਨ ਬਣਾ ਦਿੱਤੇ ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਪਰਮੇਸ਼ਰ ਦਾ ਨਾਮ ਜਿਹੜਾ ਹੈ ਨਾ, ਜਿਹਨੂੰ ਆਪਾਂ ਨਿਤ ਨਿਤ ਰੱਖ ਉਰ ਧਾਰੋ, ਪਰਮੇਸ਼ਰ ਦੇ ਨਾਮ ਨੂੰ ਸਦਾ ਹੀ ਆਪਣੇ ਹਿਰਦੇ ਦੇ ਵਿੱਚ ਟਿਕਾ ਕੇ ਰੱਖਣਾ ਹੈ।
सतगुरु महाराज कहते ने वो भी बड़ा कीमती है। साई नाम अमोल कीम ना कोई जान दो, जिन्ना भाग मथाए से नानक हर रंग मान दो। उन्होंने पता लगता है जिहड़ा परमेश्वर की नेड़ता बना लेंदा, जिहड़ा हिरदे दे विच नाम नूं टिका लेंदा है, उन्होंने ही पता लगता भी ये साईं का नाम, परमेश्वर का नाम वो बड़ा कीमती है। साईं नाम अमोल, ਉਹਦਾ कोई मुल नहीं दे सकता, ਉਹਦੀ कोई कीमत नहीं पा सकता। कीम ना कोई जान दो, ਉਹਦੀ कीमत ते की पानी, ਉਹਦੀ कीमत कोई जानता नहीं भी इतनी कीमत है। सतगुरु महाराज कहते ने हिरदे दे विच मालक ने परमेश्वर का नाम जिहड़ा है वो टिकाउणा है। ते सतगुरु महाराज पावन बाणी दे विच इह समझाउणा करदे ने। बाबा फरीद जी कहते ने कि एक फिक्का ना गलाए सबना मैं मानक धनी, सबना मैं सच्चा धनी। एक फिक्का ना गलाए सबना मैं सच्चा धनी, हियाओ ना कहीं ठाए मानक सब अमूल वे। बाबा फरीद जी कहण लगे इस जबान तो किसी का हिरदा ना दिखाई माड़े वचन बोल के। क्यों? क्योंकि हिरदे दे विच उस मालक का नाम वसदा है जो कि बड़ा कीमती है, बड़ा अमूलक है। ते ख्याल करना हुण हिरदे दे विच नाम वसाउणा है, पर हिरदे दे विच ही जिहड़ा है, मन दे विच ही जिहड़ा है वो पंज विकार भी बैठे हुए ने। पंज विकार भी उत्थे निवास करते हैं। हुण उन्हां विकारां नूं कढ के ते परमेश्वर का नाम टिकाउणा है। क्योंकि सतगुरु महाराज कहते ने कि जीव की हालत की है, हिरदे कपट मुख ज्ञानी। मुख दे विचों बड़ियां ज्ञान दीयां गल्लां करदा, पर हिरदे विच की है? कपट है। कपट की है? विकार। हिरदे कपट मुख ज्ञानी, झूठे कहा बलोगस पानी। कहने लगे भी यदि हालात की है, हर हर करे नित कपट कमावे। हर हर मुख दे विचों करदा है, परमेश्वर का नाम लेंदा है, पर असल दे विच उस हिरदे दे विच नाम नहीं वसाया, केवल जवानी कह जाए। हर हर करे नित कपट कमावे, हिरदा शुद्ध ना होई, उहदा हिरदा शुद्ध नहीं होया, केवल जवानू राम राम वाहिगुरु वाहिगुरु अल्लाह अल्लाह ते करदा है, पर हिरदे तक वो नाम नहीं जे पुजण दिता। ते सतगुरु महाराज फिर मनुख नूं समझाउणा करदे ने। सतगुरु महाराज कहते ने भी ऐ मनुख अपने हिरदे दे अंदर नाम दा निवास कर, इस हिरदे विच नाम नूं टका, फिर तेरा उद्धार होवेगा। असीं आम तौर ते वेखदे हां मनुख के शरीर के उत्ते कोई सट चोट लग जाए किसी कारण, कोई फोड़ा फिंसी हो जाए किसी कारण, तो फिर असी डॉक्टर के कोल जाते हैं। डॉक्टर एक सानू ट्यूब दिंदा, जिथे दवाई खाण नूं दिंदा ते नाल एक ट्यूब दिंदा। वो डॉक्टर कहेगा भी ये ट्यूब जिहड़ी आ ना जिथे जख्म होया है उत्थे लाउणी आ। हुण जे मनुख उस ट्यूब नूं जख्म उत्ते ना लावे, सगों होर शरीर के उत्ते भावें सारी मल लवे, उन्होंने कोई लाभ नहीं मिलेगा। उस ट्यूब का कोई लाभ नहीं मिलेगा, उस क्रीम का कोई लाभ नहीं मिलेगा। जिन्नी देर तक जिथे थोड़ा फिंसी जां सट लगी है उत्थे नहीं लाउंदा, क्योंकि उन्हें असर उत्थे करना है। मनुख कपड़े पहनता, सवेर नूं पहनता है, तो ख्याल करना शाम तक गंदे हो जाते हैं। किते विआह पार्टी दे विच गया, किते भी गया, किते भी ला लो, किते वो खाना खावे, किते खाने का तिनका कपड़े के उत्ते डिग पए, जां किसी होर कारण कपड़े के उत्ते दाग पै जाए। एक मैल ते आम मिट्टी की लगती है, दूजी किते दाग लग जाए, जां फिर आपां देखते हैं मनुख के कल कफ जिहड़े हुंदे ने इत्थे ज़्यादा मैल हुंदी है। ते सियाणियां सुवाणियां की करदियां ने, औरतां की करदियां ने, जिथे वो कपड़े को साबण सारी नूं मिलदियां ने उत्थे की करदियां ने भी जिथे दाग लगा होवे ना, जां कल कफ जिथे ज़्यादा मैल लगी हुंदी
ਉੱਥੇ ਉਹ ਇੱਕ ਵਾਰ ਫਿਰ ਮੁੜ ਕੇ ਸਾਬਣ ਲਾ ਕੇ ਉਹਨੂੰ ਚੰਗੀ ਤਰ੍ਹਾਂ ਮਲਦੀਆਂ ਨੇ। ਕਿਉਂ ਮਲਦੀਆਂ ਨੇ? ਕਿਉਂਕਿ ਉੱਥੇ ਮੈਲ ਜ਼ਿਆਦਾ ਲੱਗੀ ਹੋਈ ਹੈ ਤੇ ਉਹਨੂੰ ਸਾਫ਼ ਕਰਨ ਵਾਸਤੇ ਉਹਨੂੰ ਮਲਣਾ ਪੈਣਾ ਹੈ, ਉਹਨੂੰ ਹੋਰ ਜਿਹੜਾ ਹੈ ਉਹ ਸਾਬਣ ਲਾਉਣਾ ਪੈਣਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਇਸੇ ਤਰ੍ਹਾਂ ਇਸ ਹਿਰਦੇ ਦੇ ਵਿੱਚ ਮੈਲ ਲੱਗੀ ਹੋਈ ਹੈ। ਇੱਥੇ ਵਿਕਾਰਾਂ ਦਾ ਡਰ ਹੈ ਵੀ ਇਸ ਹਿਰਦੇ ਦੇ ਵਿੱਚ ਹੀ ਵਿਕਾਰ ਜਿਹੜੇ ਨੇ ਉਹ ਵਸਦੇ ਨੇ। ਤੁਸੀਂ ਵੇਖਿਆ ਹੋਵੇਗਾ ਕਿਤੇ ਦੇਸ਼ ਦੀ ਐਮਰਜੈਂਸੀ ਲੱਗ ਜਾਵੇ, ਕੇਂਦਰ ਸਰਕਾਰ ਉੱਥੇ ਫੌਜ ਭੇਜ ਦਿੰਦੀ ਹੈ, ਜਾਂ ਆਮ ਤੌਰ ਤੇ ਤੁਸੀਂ ਜਿਹੜੇ ਰਾਜ ਪ੍ਰਬੰਧ ਕਰਦੇ ਨੇ, ਗ੍ਰਹਿ ਮੰਤਰੀ ਹੁੰਦੇ ਨੇ, ਉਹ ਕੀ ਦੇਖਦੇ ਨੇ ਵੀ ਕਿੱਥੇ ਰਾਜ ਦੇ ਵਿੱਚ ਸੰਕਟ ਹੈ, ਉੱਥੇ ਉਹ ਫੋਰਸ ਬਲ ਲਾ ਦਿੰਦੇ ਨੇ। ਤੁਸੀਂ ਹੁਣ ਆਮ ਦੇਖਿਆ ਹੋਵੇਗਾ ATM ਉਹ ਬੜਾ ਕੀਮਤੀ, ਉਹਦੇ ਵਿੱਚ ਮਾਇਆ ਹੈ, ਪੈਸੇ ਹੈ, ਤੇ ਉੱਥੇ ਇੱਕ ਗਾਰਡ, ਇੱਕ ਪੁਲਿਸ ਵਾਲਾ ਲੱਗਾ ਹੁੰਦਾ ਹੈ। ਬੈਂਕਾਂ ਦੇ ਸਨਮੁਖ ਇੱਕ ਪੁਲਿਸ ਵਾਲਾ ਹਥਿਆਰ ਲੈ ਕੇ ਖਲੋਤਾ ਹੁੰਦਾ ਹੈ। ਉਹਦਾ ਕਾਰਨ ਕੀ ਹੈ? ਵੀ ਉੱਥੇ ਕਿਸੇ ਨਾ ਕਿਸੇ ਚੀਜ਼ ਦਾ ਖਤਰਾ ਹੈ, ਲੁਟੇਰੇ ਦਾ ਖਤਰਾ ਹੈ, ਕੋਈ ਡਾਕਾ ਨਾ ਮਾਰ ਜਾਏ, ਤੇ ਉਹਨੂੰ ਸੁਰੱਖਿਅਤ ਕੀਤਾ ਜਾਂਦਾ ਹੈ। ਆਮ ਤੁਸੀਂ ਦੇਖਿਆ ਹੋਵੇਗਾ ਸ਼ਹਿਰ ਦੇ ਵੱਖ-ਵੱਖ ਵੱਖਰੇ ਕੋਨੇ, ਉਹਦੇ ਵਿੱਚ ਪੁਲਿਸ ਨਹੀਂ ਹੁੰਦੀ, ਉੱਥੇ ਨਹੀਂ ਪੁਲਿਸ ਖੜੀ ਹੁੰਦੀ, ਕਿਉਂਕਿ ਉੱਥੇ ਖਤਰਾ ਵੀ ਨਹੀਂ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਖਤਰਾ ਤੇਰੇ ਹਿਰਦੇ ਦੇ ਵਿੱਚ ਹੈ, ਉੱਥੇ ਵਿਕਾਰ ਵਸਦੇ ਨੇ, ਤੇ ਉਹਨਾਂ ਵਿਕਾਰਾਂ ਨੂੰ ਭਜਾਉਣ ਵਾਸਤੇ ਹੀ ਨਾਮ ਜਿਹੜਾ ਹੈ ਉਸ ਹਿਰਦੇ ਦੇ ਵਿੱਚ ਵਸਣਾ ਹੈ, ਤੇ ਵਿਕਾਰਾਂ ਨੂੰ ਭਜਾਉਣਾ ਹੈ ਉਸ ਨਾਮ ਨੇ। ਉਹ ਮੈਲ ਵਿਕਾਰਾਂ ਦੀ ਜਿਹੜੀ ਹੈ ਉਹ ਨਾਮ ਨੇ ਧੋਣੀ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਉਹ ਮਾਲਕ ਫਿਰ ਕਰਦਾ ਕੀ ਹੈ? ਜਦੋਂ ਹਿਰਦੇ ਦੇ ਵਿੱਚ ਨਾਮ ਵਸ ਜਾਂਦਾ ਹੈ, ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਆਨੰਦ ਕਰੇ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ। ਪਰਮੇਸ਼ਰ ਦਿੱਤਾ ਬੰਨਾ, ਬੰਨਾ ਦਾ ਮਤਲਬ ਬੰਨ ਦਿੱਤਾ। ਪਰਮੇਸ਼ਰ ਨੇ ਆਪਣੇ ਨਾਮ ਦੇ ਨਾਲ ਵਿਕਾਰਾਂ ਨੂੰ ਬੰਨ ਦਿੱਤਾ, ਤੇ ਦੁੱਖ ਰੋਗ ਜਿਹੜੇ ਸੀ ਉਹ ਭੱਜ ਗਏ। ਕਿਉਂਕਿ ਵਿਕਾਰ ਦੁੱਖ ਪੈਦਾ ਕਰਦੇ ਨੇ, ਵਿਕਾਰ ਨਹੀਂ ਰਹਿਣਗੇ ਤੇ ਦੁੱਖ ਆਪਣੇ ਆਪ ਦੂਰ ਹੋ ਜਾਣਗੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਹਿਰਦੇ ਵਿੱਚ ਵਿਕਾਰ ਹੈ, ਤੇ ਇਹਨਾਂ ਵਿਕਾਰਾਂ ਨੂੰ ਕਾਬੂ ਕਰਨ ਵਾਸਤੇ ਨਾਮ ਦੀ ਜ਼ਰੂਰਤ ਹੈ। ਇਤਿਹਾਸ ਦੇ ਵਿੱਚੋਂ ਇੱਕ ਆਪਾਂ ਬੜੀ ਪਿਆਰੀ ਗਾਥਾ ਪੜ੍ਹਦੇ ਹਾਂ। ਧੰਨ ਗੁਰੂ ਅਮਰਦਾਸ ਮਹਾਰਾਜ, ਉਹਨਾਂ ਦੇ ਜੀਵਨ ਦੀ ਇਹ ਗਾਥਾ ਹੈ। ਮਾਝੇ ਦੇ ਇਲਾਕੇ ਦੇ ਵਿੱਚ ਇੱਕ ਬੜਾ ਗੁਰੂ ਕਾ ਪਿਆਰਾ ਸਿੱਖ, ਮਾਝੇ ਦਾ ਇੱਕ ਪਿੰਡ ਹੈ ਨਰੇਲੇ। ਨਰੇਲੇ ਪਿੰਡ ਦਾ ਰਹਿਣ ਵਾਲਾ ਇੱਕ ਮਾਈ ਦਾਸ, ਉਹ ਗੁਰੂ ਕਾ ਪਿਆਰਾ ਸਿੱਖ, ਸਿੱਖੀ ਧਾਰਨ ਕੀਤੀ। ਪਰ ਸਿੱਖੀ ਧਾਰਨ ਕਰਨ ਤੋਂ ਪਹਿਲਾਂ ਉਹ ਬੜੇ ਲੋਕਾਂ ਦੇ ਕੋਲ ਗਿਆ ਸਿੱਖਿਆ ਲੈਣ ਵਾਸਤੇ, ਇਸ ਮਨ ਨੂੰ ਟਿਕਾਉਣ ਦੀ ਯੁਕਤੀ ਪੁੱਛਣ ਵਾਸਤੇ। ਪਰ ਖਿਆਲ ਕਰਨਾ, ਅਧੂਰਾ ਮਨੁੱਖ ਕਿਸੇ ਨੂੰ ਪੂਰਾ ਨਹੀਂ ਕਰ ਸਕਦਾ, ਕੇਵਲ ਪੂਰਾ ਹੀ ਪੂਰਾ ਕਰ ਸਕਦਾ ਹੈ। ਅਧੂਰੀਆਂ ਦੇ ਕੋਲ ਤਾਕਤ ਨਹੀਂ ਹੁੰਦੀ ਵੀ ਉਹ ਪਰਮੇਸ਼ਰ ਦੇ ਨਾਲ ਜੋੜ ਦੇਵੇ, ਕਿਉਂਕਿ ਪਰਮੇਸ਼ਰ ਪੂਰਾ ਹੈ। ਪਰਮੇਸ਼ਰ ਪੂਰਾ ਹੈ, ਅਧੂਰੇ ਪੂਰੀਆਂ ਦੇ ਨਾਲ ਨਹੀਂ ਜੋੜ ਸਕਦੇ, ਪੂਰੇ ਹੀ ਪੂਰੀਆਂ ਦੇ ਨਾਲ ਜੋੜ ਸਕਦੇ ਨੇ। ਉਹ ਬੜਾ ਭਟਕਿਆ। ਗੁਰੂ ਅਮਰਦਾਸ ਮਹਾਰਾਜ ਦੇ ਦਰ ਦੇ ਕੋਲ ਆਉਣ ਤੋਂ ਪਹਿਲਾਂ ਬੜਾ ਨਿਆਸੀ, ਤਪਸਵੀ ਸਾਰਿਆਂ ਦੇ ਕੋਲੋਂ ਗਿਆ, ਸੰਨਿਆਸੀਆਂ ਦੇ ਕੋਲੋਂ, ਤਪੱਸੀਆਂ ਦੇ ਕੋਲੋਂ, ਹੋਰ ਅਨੇਕਾਂ ਤਰ੍ਹਾਂ ਦੇ ਲੋਕਾਂ ਦੇ ਕੋਲ। ਪਰ ਮਨ ਦੀ ਭਟਕਣਾ ਸ਼ਾਂਤ ਨਹੀਂ ਹੋਈ, ਕਿਉਂਕਿ ਗੁਰੂ ਅਮਰਦਾਸ ਮਹਾਰਾਜ ਦੇ ਦਰ ਦੀ ਖਬਰ ਉਹਨੂੰ ਪ੍ਰਾਪਤ ਹੋ ਗਈ। ਖਬਰ ਮਿਲੀ ਤੇ ਉਹ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਕੋਲ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਆ ਗਿਆ। ਜਦੋਂ ਆਇਆ ਤੇ ਹੁਣ ਗੁਰੂ ਅਮਰਦਾਸ ਮਹਾਰਾਜ ਦਾ ਇੱਕ ਸਿਧਾਂਤ ਸੀ ਗੁਰੂ ਘਰ ਦੇ ਵਿੱਚ ਆਉਣ ਦਾ। ਪ੍ਰਥਮੇ ਪੰਗਤ, ਪਾਤਸ਼ਾਹ ਸੰਗਤ। ਉਹਦਾ ਕਾਰਨ ਕੀ ਸੀ? ਵੀ ਲੋਕਾਂ ਦੇ ਵਿੱਚ ਊਚ ਨੀਚ, ਜਾਤ ਪਾਤ ਦਾ ਵਿਤਕਰਾ ਬਹੁਤ ਜ਼ਿਆਦਾ ਸੀ। ਕੁਝ ਲੋਕ ਗੁਰੂ ਦੀ ਸੰਗਤ ਵਿੱਚ ਆ ਕੇ ਗੁਰੂ ਦੇ ਉਪਦੇਸ਼ ਤੇ ਸੁਣ ਲੈਂਦੇ ਸਨ, ਪਰ ਪੰਗਤ ਵਿੱਚ ਪ੍ਰਸ਼ਾਦਾ ਨਹੀਂ ਸੀ ਛਕਦੇ। ਸਤਿਗੁਰੂ ਮਹਾਰਾਜ ਨੇ ਨਿਯਮ ਬਣਾ ਲਿਆ ਕਿ ਜਿਹੜੇ ਗੁਰੂ ਦਰਬਾਰ ਵਿੱਚ ਆਉਣਾ
पहला उन्होंने पंगत विच बैठ के लंगर छकना पेगा। याद रखियो समय का हुक्मरान अकबर नूं भी इस कानून की पालना करनी पई सी। उन्होंने भी पहला पंगत विच बैठ के लंगर छकना पिया सी, फिर वो गुरु दरबार दे विच गुरु अमरदास महाराज के दर्शन कर सकिया सी। हुण माई दास लंगरां दे विच जदों गया कि जाके की देखदा है कि इत्थे ते कोई वितकरा ही नहीं कीता जांदा, बिना किसी वितकरे तो प्रशादा तैयार होंदा, कोई भी तैयार करदा, बिना किसी वितकरे तो छकाउंदे ने इक्को पंगत दे विच बैठ के। हुण माई दास जिहदे संस्कार इधर उधर भटक के इस गल दे उत्ते टिके हुए सन भी छोटी जात वालियां दे नाल शूदर लोकां दे नाल बैठ के प्रशादा छकण दे नाल ढटिया जाता है। छूत छात उहदे हिरदे विच भी सी। लंगर दे विच गया पर प्रशादा नहीं छकिया। जे प्रशादा नहीं छकिया तो गुरु घर भी नहीं आ सकता सी। उहदे मन नहीं मन्निया ते उहने प्रशादा भी नहीं छकिया तो गुरु घर भी छड्ड दिता, नहीं गुरु घर दे विच आया, वापस चला गया, अपने पिंड चला गया। हुण कुछ कुछ दिन बतीत होए, मन दे विच कशमकश है, भरम कह रहा है कि तू प्रशादा ना छक, पर मंदिर दे विच मंदिर दे विच जिहड़ा मन है वो दूजे पासे पलट के ये भी कह रहा है कि गुरु अमरदास वर्गा गुरु कोई नहीं है। अखीर भरम हार गया, धर्म जिहड़ा सी वो जित गया। मुड़ परत के गुरु अमरदास महाराज के घर आया, लंगर दे विचों प्रशादा भी छकिया, गुरु कोलों आके उपदेश भी लिया कि सिक्खी भी धारण की। सतगुरु के चरणों के विच ढह के कहन लगा, सतगुरु दातिया मैं पहली बार ते मुड़ गया सा, क्योंकि भरम मेरे उत्ते हावी हो गया, मन मनदा नहीं सी। पर सतगुरु दातिया तेरी कृपा हुई, धर्म जित गया। कुछ को समा जिहड़ा मैं पहला तेरी संगत के कोल तेरी संगत सिखां दी माणी सी ना, उहदा ही किड़का जाग पिया कि धर्म जित गया। मैं तेरे दर दे उत्ते आया, कृपा करो मैनूं सिੱਖੀ बख्शिश करो। सतगुरु महाराज ने सिੱਖੀ की दात माई दास को बख्शिश की। वो माई दास सचमुच का रब्बी दास बन गया, परमेश्वर का सेवक बन गया, परमेश्वर का आज्ञाकारी बन गया। उन्हें अपने हिरदे दे विचों विकार कढ़ दिते, जात पात कढ़ दिता, वहम भरम कढ़ दिते, ऊंच नीच कढ़ दिता। असल दे विच रब्बी दात परमेश्वर दी नाम उन्हें वसा लए। ते ख्याल करना सतगुरु ने बड़ी कृपा की, बहुत ज़्यादा कृपा की साडे दे उत्ते। गुरु ग्रंथ साहिब रूपी सानू थाल दिता। आरंभ दे विच जपजी साहब सतगुरु महाराज ने दात बख्शिश की। आपां पहला ही विचारिया सी नितनेम दे रूप दे विच, ते आपां सवेर नूं जपजी साहब दा जदों पाठ करते हैं, व्याख्या करते आपां समझिया सी कि जप दा अर्थ है सिमरन, रब दी इबादत बंदगी उहदी जात है। हुण सब तो पहला रब्बी जात जपजी साहब के रूप दे विच दित्ती। ते गुरु ग्रंथ साहिब जी के अखीर दे विच जदों तुसीं पढ़ोगे ना, धन गुरु तेग बहादुर महाराज जी का पावन वचन ते सतगुरु गुरु तेग बहादुर महाराज कहते ने राम नाम उर मैं गयो। उर का मतलब हिरदा, जाके सम नहीं कोई, जिहदे बराबर कोई भी नहीं है, परमेश्वर के नाम के बराबर कोई भी नहीं है। राम नाम उर मैं गयो, जाके सम नहीं कोई, जह सिमरत संकट मिटे, दर्श तुहारो होए। संकट खत्म हो जाते ते मालिक का दर दसन लग पैंदा, क्योंकि मालिक का कीमती नाम अमोलक नाम वो हिरदे दे विच वस जाता है। सतगुरु महाराज कहते हैं अमृत परमेश्वर का जिहड़ा नाम है ना, उहदे सामभण का तरीका जिहड़ा है वो हिरदा है, क्योंकि हिरदे दे विच पाप पैदा होंदे ने। उन्हां पापां तो मुक्ति दे वास्ते, उन्हां विकारां तो खलासी दे वास्ते ही वो कीमती नाम परमेश्वर का हिरदे दे विच सतगुरु महाराज ने रख करके ये सानू समझा दिता भी ये वस्त तजी ने जाई नित नित
रख पुर धारो। जदों नाम हिरदे विच बस जाता है तो सतगुरु महाराज कहते हैं फिर मनुख का उद्धार हो जाता है, मनुख का पार उतारा हो जाता, मनुख परमेश्वर के नाल एक विधि हो जाता। सतगुरु कृपा करे असीं भी परमेश्वर का नाम हिरदे दे विच वसा लईए कि साडा भी ये लोक परलोक सुहेला हो जाएगा। विचारां दी संगत बणीआं होईआं बेअंत भुलां दी खिमा। फतेह प्रवान गुरु वाहिगुरू जी का खालसा वाहिगुरू जी